ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਨਹੀਂ ਜਾ ਸਕਣਗੇ ਪਾਕਿਸਤਾਨ ਦੇ ਲੋਕ, ਟਰੰਪ ਨੇ ਬਦਲ ਦਿੱਤੇ ਵੀਜ਼ਾ ਦੇ ਨਿਯਮ। ਕੈਨੇਡਾ UK ਦੇ ਸਟੱਡੀ ਵੀਜ਼ਾ ਦੀ ਖਿੱਚ ਖਤਮ। ਕੈਨੇਡਾ ਨੇ ਕਾਮਿਆਂ ਲਈ ਐਲਾਨਿਆ ਨਵਾਂ PR ਪ੍ਰੋਗਰਾਮ। ਟਰੰਪ ਦੇ ਦਬਕੇ ਨਾਲ ਘਬਰਾਇਆ ਕੈਨੇਡਾ। 3 ਪੰਜਾਬੀਆਂ ਦੀ ਮੌਤ ਦੇ ਮਾਮਲੇ ਵਿੱਚ ਗੁਰਸ਼ਾਨ ਸੰਧੂ ਗ੍ਰਿਫਤਾਰ। ਹੈਰਾਨੀਜਨਕ ਮਾਮਲਾ, ਕੁੱਤੇ ਨੇ ਆਪਣੇ ਮਾਲਕ ਨੂੰ ਮਾਰਤੀ ਗੋਲੀ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਡੋਨਾਲਡ ਟਰੰਪ ਪ੍ਰਸ਼ਾਸਨ ਅਮਰੀਕਾ ਵਿੱਚ ਪਾਕਿਸਤਾਨੀਆਂ ਦੀ ਐਂਟਰੀ ਤੇ ਬੈਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਆਉਣ ਵਾਲੀ ਅਮਰੀਕੀ ਯਾਤਰਾ ਪਾਬੰਦੀ ਸੂਚੀ ਵਿੱਚ ਪਾਕਿਸਤਾਨ ਨੂੰ ਔਰੇਂਜ ਕੈਟਾਗਰੀ ਵਿੱਚ ਰੱਖਿਆ ਜਾ ਸਕਦਾ ਹੈ। ਇਹ ਪਾਬੰਦੀ ਦੇਸ਼ਾਂ ਦੀ ਸੁਰੱਖਿਆ ਅਤੇ ਖਤਰਿਆਂ ਦੀ ਜਾਂਚ ਕਰਨ ਵਾਲੀ ਸਰਕਾਰੀ ਸਮੀਖਿਆ ਤੇ ਆਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ, ਇਰਾਕ, ਈਰਾਨ ਅਤੇ ਲੈਬਨਾਨ ਵਰਗੇ ਦੇਸ਼ਾਂ ਤੇ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੀਬੀਆ, ਫਲਸਤੀਨ, ਸੋਮਾਲੀਆ, ਸੁਡਾਨ, ਸੀਰੀਆ ਤੇ ਯਮਨ ਨੂੰ ਵੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਖਤਰਾ ਹੈ। ਉਧਰ ਹੀ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਨਾਗਰਿਕਾਂ ਨੂੰ ਅਮਰੀਕਾ ਯਾਤਰਾ ਤੇ ਪੂਰੀ ਤਰ੍ਹਾਂ ਪਾਬੰਦੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਰ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਉਹਨਾਂ ਨੂੰ ਸਖਤ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨੀ ਨਾਗਰਿਕਾਂ ਲਈ ਖਾਸ ਕਿਸਮ ਦੇ ਵੀਜ਼ੇ ਸੀਮਿਤ ਕੀਤੇ ਜਾ ਸਕਦੇ ਹਨ। ਨਵੀਂ ਸ਼੍ਰੇਣੀ ਦੇ ਤਹਿਤ ਸਿਰਫ ਕਾਰੋਬਾਰ ਨਾਲ ਸੰਬੰਧਿਤ ਯਾਤਰਾ ਦੀ ਆਗਿਆ ਹੈ। ਇਹ ਅਮਰੀਕੀ ਇਮੀਗ੍ਰੇਸ਼ਨ ਅਤੇ ਯਾਤਰਾ ਨੀਤੀਆਂ ਵਿੱਚ ਬਦਲਾਅ ਦਾ ਸੰਕੇਤ ਦਿੰਦਾ ਹੈ, ਜੋ ਹਜ਼ਾਰਾਂ ਪਾਕਿਸਤਾਨੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹਨਾਂ ਵੀਜ਼ਿਆਂ ਦੀ ਮਿਆਦ ਵੀ ਘਟਾਈ ਜਾ ਸਕਦੀ ਹੈ ਅਤੇ ਇਸ ਲਈ ਅਰਜ਼ੀ ਦੇਣ ਵਾਲਿਆਂ ਨੂੰ ਇੰਟਰਵਿਊ ਲਈ ਹਾਜ਼ਰ ਹੋਣਾ ਜ਼ਰੂਰੀ ਹੋਵੇਗਾ। ਪਾਕਿਸਤਾਨ ਨੂੰ ਔਰੇਂਜ ਕੈਟਾਗਰੀ ਵਿੱਚ ਰੱਖੇ ਜਾਣ ਦੇ ਸਵਾਲ ਤੇ ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਰਿਜ਼ਵਾਨ ਸਈਦ ਸ਼ੇਖ ਨੇ ਕਿਹਾ ਕਿ ਇਹ ਫਿਲਹਾਲ ਸਮਾਚਾਰ ਰਿਪੋਰਟਾਂ ਤੇ ਆਧਾਰਿਤ ਹੈ। ਅਜੇ ਕੁਝ ਵੀ ਅਧਿਕਾਰਿਤ ਨਹੀਂ ਹੋਇਆ ਹੈ। ਅਸੀਂ ਅਜੇ ਵੀ ਪੁਸ਼ਟੀ ਦੀ ਉਡੀਕ ਕਰ ਰਹੇ ਹਾਂ। ਹਾਲਾਂਕਿ ਅਮਰੀਕਾ ਵਿੱਚ ਪੜ੍ਹ ਰਹੇ ਕੁਝ ਪਾਕਿਸਤਾਨੀ ਵਿਦਿਆਰਥੀਆਂ ਨੂੰ ਘਰ ਵਾਪਸ ਨਾ ਜਾਣ ਲਈ ਕਿਹਾ ਗਿਆ ਹੈ। ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਨੇ ਪਿਛਲੇ ਹਫ਼ਤੇ ਪਾਕਿਸਤਾਨੀਆਂ ਸਮੇਤ ਲਗਭਗ 12 ਦੇਸ਼ਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਪ੍ਰਸ਼ਾਸਨ ਨਵੀਂ ਯਾਤਰਾ ਪਾਬੰਦੀ ਦਾ ਐਲਾਨ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਦੀ ਯਾਤਰਾ ਕਰਨ ਤੋਂ ਬਚੋ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਅਮਰੀਕਾ ਆਉਣ ਵਾਲੇ ਯਾਤਰੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਨਹੀਂ ਬਣਾਉਂਦੇ। ਕੈਨੇਡਾ, ਅਮਰੀਕਾ ਅਤੇ UK ਦੇ ਸਟੱਡੀ ਵੀਜ਼ਾ ਦੀ ਖਿੱਚ ਭਾਰਤੀ ਵਿਦਿਆਰਥੀਆਂ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਿਰਫ 1 ਸਾਲ ਦੌਰਾਨ ਇਨ੍ਹਾਂ ਤਿੰਨੋਂ ਮੁਲਕਾਂ ਵੱਲ ਜਾਣ ਵਾਲਿਆਂ ਦਾ ਅੰਕੜਾ 1,65,000 ਤੱਕ ਘਟ ਗਿਆ ਹੈ। ਸਭ ਤੋਂ ਵੱਧ ਨੁਕਸਾਨ ਕੈਨੇਡਾ ਦਾ ਹੋਇਆ ਹੈ, ਜਿੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ ਅੱਧੀ ਰਹਿ ਗਈ ਹੈ। ਬਿਊਰੋ ਆਫ ਇਮੀਗ੍ਰੇਸ਼ਨ ਦੇ ਅੰਕੜਿਆਂ ਮੁਤਾਬਕ 2023 ਦੌਰਾਨ 2,33,000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਪੁੱਜੇ, ਪਰ 2024 ਦੌਰਾਨ ਇਹ ਅੰਕੜਾ ਸਿਰਫ 1,37,000 ਰਹਿ ਗਿਆ ਅਤੇ ਮੌਜੂਦ ਵਰ੍ਹੇ ਦੌਰਾਨ ਗਿਣਤੀ ਹੋਰ ਹੇਠਾਂ ਜਾ ਸਕਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2023 ਦੌਰਾਨ 8,93,000 ਭਾਰਤੀ ਵਿਦਿਆਰਥੀ ਵਿਦੇਸ਼ਾਂ ਵੱਲ ਗਏ, ਜਦਕਿ 2024 ਦੌਰਾਨ ਇਹ ਗਿਣਤੀ ਘਟ ਕੇ 7,59,000 ਰਹਿ ਗਈ। ਸਖਤ ਵੀਜ਼ਾ ਨਿਯਮ ਅਤੇ ਪੜ੍ਹਾਈ ਮਗਰੋਂ ਪੱਕੇ ਹੋਣ ਦੀਆਂ ਸੰਭਾਵਨਾਵਾਂ ਵਿੱਚ ਆਈ ਕਮੀ ਨੇ ਭਾਰਤੀ ਵਿਦਿਆਰਥੀਆਂ ਦਾ ਮਨ ਕੈਨੇਡਾ, ਅਮਰੀਕਾ ਅਤੇ UK ਵੱਲੋਂ ਮੋੜ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ, ਕੈਨੇਡਾ ਨਾਲ ਕੂਟਨੀਤਿਕ ਰਿਸ਼ਤਿਆਂ ਵਿੱਚ ਪੈਦਾ ਹੋਈ ਕੁੜੱਤਣ ਵੀ ਭਾਰਤੀ ਵਿਦਿਆਰਥੀਆਂ ਦੀ ਕਮੀ ਦਾ ਵੱਡਾ ਕਾਰਨ ਮੰਨੀ ਜਾ ਰਹੀ ਹੈ। ਕੈਨੇਡਾ ਸਰਕਾਰ ਜਿੱਥੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਕਰ ਚੁੱਕੀ ਹੈ, ਉੱਥੇ ਭਾਰਤ ਸਣੇ 14 ਮੁਲਕਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕੀਤੀ ਜਾ ਚੁੱਕੀ ਹੈ। UK ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2024 ਤੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਾਥੀ ਸੱਦਣ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਗਿਆ, ਜਿਸ ਮਗਰੋਂ UK ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ 27% ਤੱਕ ਘਟ ਗਈ। ਦੂਜੇ ਪਾਸੇ ਰੂਸ, ਜਰਮਨੀ ਅਤੇ ਉਜ਼ਬੇਕਿਸਤਾਨ ਵਰਗੇ ਮੁਲਕਾਂ ਵੱਲ ਜਾ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨੀਕੁੰਨ ਵਾਧਾ ਹੋਇਆ। ਰਵਾਇਤੀ ਮੁਲਕਾਂ ਵੱਲ ਰੁਝਾਨ ਘਟਣ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਨਵੀਂ ਮੰਜ਼ਿਲ ਲੱਭ ਲਈ ਹੈ ਅਤੇ 2024 ਦੌਰਾਨ ਤਕਰੀਬਨ 35,000 ਭਾਰਤੀ ਸਟੱਡੀ ਵੀਜ਼ਾ ਤੇ ਜਰਮਨੀ ਪੁੱਜੇ। ਰੂਸ ਜਾਣ ਵਾਲਿਆਂ ਦੀ ਗਿਣਤੀ ਵਿੱਚ ਸਭ ਤੋਂ ਤੇਜ਼ 34% ਵਾਧਾ ਹੋਇਆ।
ਅਤੇ ਇਸ ਦਾ ਮੁੱਖ ਕਾਰਨ ਯੂਕਰੇਨ ਵਿਚਲੇ ਹਾਲਾਤ ਨੂੰ ਵੀ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ 2019 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ਤੇ ਵਿਦੇਸ਼ ਜਾ ਰਹੇ ਭਾਰਤੀ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਅਮਰੀਕਾ ਵਿੱਚ ਟਰੰਪ ਸੱਤਾ ਸੰਭਾਲ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਇਸ ਪਾਸੇ ਵੀ ਸੁਧਾਰ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ, ਜਦਕਿ ਕੈਨੇਡਾ ਅਤੇ ਯੂਕੇ ਤੋਂ ਪਹਿਲਾਂ ਹੀ ਭਾਰਤੀ ਵਿਦਿਆਰਥੀਆਂ ਦਾ ਮੋਹ ਭੰਗ ਹੋ ਚੁੱਕਿਆ ਹੈ। ਕੈਨੇਡਾ ਸਰਕਾਰ ਨੇ ਉਸਾਰੀ ਖੇਤਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 7 ਮਾਰਚ ਨੂੰ ਉਸਾਰੀ ਕਾਮਿਆਂ ਲਈ ਸਥਾਈ ਨਿਵਾਸ ਲਈ ਇੱਕ ਨਵੇਂ ਰਸਤੇ ਦਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਗੈਰ ਦਸਤਾਵੇਜ਼ੀ ਉਸਾਰੀ ਕਾਮਿਆਂ ਲਈ 6000 ਤੱਕ ਥਾਵਾਂ ਰਾਖਵੀਆਂ ਕੀਤੀਆਂ ਜਾਣਗੀਆਂ। ਨਵੇਂ ਉਪਾਵਾਂ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਅਧਿਐਨ ਪਰਮਿਟ ਦੀ ਲੋੜ ਤੋਂ ਬਿਨਾਂ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੀ ਆਗਿਆ ਦੇਣਾ ਵੀ ਸ਼ਾਮਲ ਹੈ। ਉਧਰ ਹੀ ਰਿਪੋਰਟ ਅਨੁਸਾਰ ਪਹਿਲਾਂ ਵਿਦੇਸ਼ੀ ਕਾਮਿਆਂ ਨੂੰ ਅਪ੍ਰੈਂਟਿਸਸ਼ਿਪਾਂ ਵਿੱਚ ਦਾਖਲਾ ਲੈਣ ਲਈ ਸਟੱਡੀ ਪਰਮਿਟ ਦੀ ਲੋੜ ਹੁੰਦੀ ਸੀ ਅਤੇ ਜ਼ਿਆਦਾਤਰ ਕੈਨੇਡਾ ਵਿੱਚ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਸਨ। ਨਵੀਂ ਨੀਤੀ ਇਸ ਪਾਬੰਦੀ ਨੂੰ ਹਟਾਉਂਦੀ ਹੈ, ਜਿਸ ਨਾਲ ਵਪਾਰ ਵਿੱਚ ਲੋਕਾਂ ਲਈ ਲੋੜੀਂਦੀਆਂ ਯੋਗਤਾਵਾਂ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ। 27 ਫਰਵਰੀ ਨੂੰ IRCC ਨੇ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਬਦਲਾਅ ਕੀਤੇ ਅਤੇ ਹੁਨਰਮੰਦ ਕਿੱਤਿਆਂ ਨੂੰ ਤਰਜੀਹ ਦਿੰਦੇ ਹੋਏ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ। ਇਸ ਅਪਡੇਟ ਨੇ ਪ੍ਰੋਗਰਾਮ ਦੇ ਵਿੱਚ 19 ਕਿੱਤੇ ਸ਼ਾਮਲ ਕੀਤੇ, ਜਿਨ੍ਹਾਂ ਵਿੱਚ ਉਸਾਰੀ ਪ੍ਰਬੰਧਕ, ਉਸਾਰੀ ਅਨੁਮਾਤਕ, ਬ੍ਰਿਕਲੇਅਰ, ਰੂਫਰ ਅਤੇ ਸ਼ਿੰਗਲਰ, ਫਰਸ਼ ਕਵਰਿੰਗ ਅਤੇ ਪੇਂਟਰ ਅਤੇ ਡੈਕੋਰੇਟਰ ਨੂੰ ਛੱਡ ਕੇ ਇਹਨਾਂ ਵਿੱਚ ਸ਼ਾਮਲ ਹੈ। ਬਾਕੀ ਸਭ ਇਹਨਾਂ ਵਿੱਚ ਸ਼ਾਮਲ ਹੈ, ਯਾਨੀ ਕਿ ਇੰਟੀਰੀਅਰ ਡੈਕੋਰੇਟਰ ਨੂੰ ਛੱਡ ਕੇ ਬਾਕੀ ਸਭ ਇਸ ਵਿੱਚ ਸ਼ਾਮਲ ਹੈ। ਇਸ ਵਿਸਤਾਰ ਦਾ ਉਦੇਸ਼ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵਧੇਰੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਹੈ। ਹਾਲਾਂਕਿ ਉਸਾਰੀ ਕਾਮਿਆਂ ਲਈ ਕੈਨੇਡਾ ਦੇ ਸਥਾਈ ਨਿਵਾਸ ਮਾਰਕ ਲਈ ਸਮਾਂ ਸੀਮਾ ਅਤੇ ਯੋਗਤਾ ਮਾਪਦੰਡਾਂ ਬਾਰੇ ਵੇਰਵੇ ਅਜੇ ਵੀ ਅਸਪਸ਼ਟ ਹਨ। ਸੰਘੀ ਸਰਕਾਰ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਗੈਰ ਦਸਤਾਵੇਜ਼ੀ ਕਾਮਿਆਂ ਲਈ ਨਵਾਂ ਪ੍ਰੋਗਰਾਮ ਕਦੋਂ ਲਾਗੂ ਕੀਤਾ ਜਾਵੇਗਾ। ਕੈਨੇਡਾ ਦੇ ਵਿੱਚ ਉਸਾਰੀ ਉਦਯੋਗ ਨੂੰ ਮਜ਼ਦੂਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਰਿਹਾਇਸ਼ੀ ਵਿਕਾਸ ਵਿੱਚ ਦੇਰੀ ਹੋ ਰਹੀ ਹੈ। ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਯਾਨੀ CMHS ਦਾ ਅੰਦਾਜ਼ਾ ਹੈ ਕਿ ਕਿਫਾਇਤੀ ਸਮਰੱਥਾ ਨੂੰ ਬਹਾਲ ਕਰਨ ਲਈ 2030 ਤੱਕ ਹੋਰ 60 ਲੱਖ ਘਰ ਬਣਾਉਣ ਦੀ ਲੋੜ ਹੋਵੇਗੀ। ਉਧਰ ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਉਸਾਰੀ ਖੇਤਰ ਵਿੱਚ ਪ੍ਰਵਾਸੀ ਆਮ ਠੇਕੇਦਾਰਾਂ ਅਤੇ ਰਿਹਾਇਸ਼ੀ ਬਿਲਡਰਾਂ ਦਾ 23% ਬਣਦੇ ਹਨ। ਰਿਪੋਰਟ ਅਨੁਸਾਰ ਕੈਨੇਡਾ ਇਮੀਗ੍ਰੇਸ਼ਨ ਲੈਵਲ ਪਲਾਨ 2025 ਤੇ 27 ਰਿਹਾਇਸ਼ੀ ਸੰਕਟ ਨੂੰ ਦਰਸਾਉਂਦਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਅਤੇ ਰਿਹਾਇਸ਼ ਦੀ ਉਪਲਬਧਤਾ ਵਿਚਕਾਰ ਸੰਤੁਲਨ ਬਣਾਉਣ ਅਤੇ ਧਿਆਨ ਕੇਂਦਰਿਤ ਕੀਤਾ ਗਿਆ। ਰਿਹਾਇਸ਼ੀ ਦਬਾਅ ਨੂੰ ਘੱਟ ਕਰਨ ਲਈ ਸਰਕਾਰ ਨੇ ਇਨ ਕੈਨੇਡਾ ਫੋਕਸ ਸ਼੍ਰੇਣੀ ਪੇਸ਼ ਕੀਤੀ ਹੈ, ਜੋ ਉਹਨਾਂ ਬਿਨੇਕਾਰਾਂ ਨੂੰ ਤਰਜੀਹ ਦਿੰਦੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ। IRCC ਦਾ ਟੀਚਾ 2025 ਵਿੱਚ ਇਸ ਸ਼੍ਰੇਣੀ ਦੇ ਤਹਿਤ 82,890 ਪ੍ਰਵਾਸੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨਾ ਹੈ। ਟਰੰਪ ਦੇ ਦਬਕੇ ਤੋਂ ਓਨਟਾਰੀਓ ਦੇ ਪ੍ਰੀਮੀਅਰ ਇੰਨੇ ਘਬਰਾਏ ਕਿ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਉੱਤੇ ਲਾਇਆ 25% ਸਰਚਾਰਜ ਤੁਰੰਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਸੀ ਕਿ ਜੇ ਬਿਜਲੀ ਤੋਂ ਸਰਚਾਰਜ ਨਾ ਹਟਾਇਆ ਤਾਂ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਉੱਤੇ ਟੈਰਿਫਸ 25% ਤੋਂ ਵਧਾ ਕੇ 50% ਕਰ ਦਿੱਤੀਆਂ ਜਾਣਗੀਆਂ। ਦੋਹਾਂ ਮੁਲਕਾਂ ਦਰਮਿਆਨ ਟੈਰਿਫਸ ਦੇ ਮੁੱਦੇ ਤੇ ਪੈਦਾ ਹੋਈ ਤਲਖੀ ਮਗਰੋਂ ਇਹ ਪਹਿਲੀ ਵਾਰ ਹੈ ਜਦੋਂ ਕੁਝ ਘੰਟਿਆਂ ਦੇ ਅੰਦਰ ਫੈਸਲਾ ਬਦਲ ਦਿੱਤਾ ਗਿਆ ਹੋਵੇ। ਉਧਰ ਡਗ ਫੋਰਡ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਫਾਈ ਪੇਸ਼ ਕਰਨ ਦਾ ਯਤਨ ਕੀਤਾ ਅਤੇ ਕਿਹਾ ਕਿ ਅਮਰੀਕਾ ਦੇ ਵਣਜ ਮੰਤਰੀ ਨਾਲ ਉਹਨਾਂ ਦੀ ਵਿਸਤਾਰਤ ਗੱਲਬਾਤ ਹੋਈ। ਅਮਰੀਕਾ ਸਰਕਾਰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕੈਨੇਡੀਅਨ ਸੂਬੇ ਵੀ ਪਿੱਛੇ ਨਹੀਂ ਹਟਣਗੇ, ਜਿਸ ਦੇ ਮੱਦੇਨਜ਼ਰ ਮਾਹੌਲ ਸ਼ਾਂਤ ਰੱਖਣ ਦੇ ਯਤਨ ਆਰੰਭੇ ਗਏ। ਅਮਰੀਕਾ ਦੇ ਵਣਜ ਮੰਤਰੀ ਨਾਲ ਗੱਲਬਾਤ ਨੂੰ ਉਸਾਰੀ ਕਰਾਰ ਦਿੰਦਿਆਂ ਡਗ ਫੋਰਡ ਨੇ ਆਖਿਆ ਕਿ ਜਦੋਂ ਤੁਸੀਂ ਕਿਸੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਹੋਵੋ ਅਤੇ ਉਹ ਤੁਹਾਨੂੰ ਲੁਭਾਉਣ ਦਾ ਯਤਨ ਕਰੇ ਤਾਂ ਮਾਹੌਲ ਹਾਂ ਪੱਖੀ ਬਣਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਡਗ ਫੋਰਡ ਨੇ ਇਹ ਵੀ ਦੱਸਿਆ ਕਿ ਉਹ ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੈਬਲਾਂਕ ਨਾਲ ਅਮਰੀਕਾ ਦੇ ਕਾਰੋਬਾਰੀ ਨੁਮਾਇੰਦਿਆਂ ਨੂੰ ਮਿਲ ਰਹੇ ਹਨ, ਜਿਸ ਦੌਰਾਨ ਅਮਰੀਕਾ ਮੈਕਸੀਕੋ ਕੈਨੇਡਾ ਵਪਾਰ ਸੰਧੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਡਗ ਫੋਰਡ ਦਾ ਮੰਨਣਾ ਹੈ ਕਿ ਭਾਵੇਂ ਉਹਨਾਂ ਨੇ 25% ਸਰਚਾਰਜ ਵਾਪਸ ਲੈ ਲਿਆ, ਪਰ ਅਮਰੀਕਾ ਵਾਸੀਆਂ ਦਾ ਧਿਆਨ ਜ਼ਰੂਰ ਖਿੱਚਿਆ ਹੈ। ਉਹਨਾਂ ਨੇ ਕਿਹਾ ਕਈ ਵਾਰ ਤੁਹਾਨੂੰ ਪੱਤੇ ਖੇਡਣੇ ਪੈਂਦੇ ਹਨ ਅਤੇ ਸਾਡੀ ਤਰਕੀਬ ਕੰਮ ਕਰ ਗਈ ਹੈ। ਹੁਣ ਅਸੀਂ ਗੁਆਂਢੀ ਮੁਲਕ ਦੇ ਨੁਮਾਇੰਦਿਆਂ ਨਾਲ ਕਾਰੋਬਾਰੀ ਆંકੜਾ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਹੱਲ ਕਰ ਸਕਦੇ ਹਾਂ।
ਇੱਥੇ ਦੱਸਣਾ ਬਣਦਾ ਹੈ ਕਿ ਨਿਊਯਾਰਕ, ਮਿਸ਼ੀਗਨ ਅਤੇ ਮਿਨੀਸੋਟਾ ਰਾਜਾਂ ਨੂੰ ਜਾ ਰਹੀ ਬਿਜਲੀ ਉੱਤੇ 25% ਸਰਚਾਰਜ ਨਾਲ ਓਨਟਾਰੀਓ ਸਰਕਾਰ ਨੂੰ ਰੋਜ਼ਾਨਾ $3 ਲੱਖ ਤੋਂ $4 ਲੱਖ ਦੀ ਵਾਧੂ ਕਮਾਈ ਹੋਣੀ ਸੀ। ਜੋ ਹੀ ਡਗਫੋਰਡ ਨੇ ਬਿਜਲੀ ਸਰਚਾਰਜ ਹਟਾਉਣ ਦਾ ਐਲਾਨ ਕੀਤਾ ਤਾਂ ਡੋਨਾਲਡ ਟਰੰਪ ਨੇ ਬਿਆਨ ਜਾਰੀ ਕਰ ਦਿੱਤਾ ਕਿ ਉਹ ਕੈਨੇਡਾ ਉੱਤੇ ਲਾਗੂ ਟੈਰਿਫਸ ਘਟਾ ਸਕਦੇ ਹਨ। ਟਰੰਪ ਨੇ ਡਗਫੋਰਡ ਨੂੰ ਇੱਕ ਮਜ਼ਬੂਤ ਇਨਸਾਨ ਦੱਸਿਆ ਅਤੇ ਕਿਹਾ ਜੇ ਓਨਟਾਰੀਓ ਦੇ ਪ੍ਰੀਮੀਅਰ ਬਿਜਲੀ ਸਰਚਾਰਜ ਵਾਪਸ ਨਾ ਲੈਂਦੇ ਤਾਂ ਕੈਨੇਡਾ ਨੂੰ ਹੋਰ ਬਹੁਤ ਕੁਝ ਭੁਗਤਣਾ ਪੈਣਾ ਸੀ। ਦੱਸ ਦਈਏ ਕਿ ਟਰੰਪ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕਰਦਿਆਂ ਸਵਾਲ ਉਠਾਇਆ ਸੀ ਕਿ ਅਮਰੀਕਾ ਨੂੰ ਹੋਰਨਾਂ ਮੁਲਕਾਂ ਤੋਂ ਬਿਜਲੀ ਲੈਣ ਦੀ ਜ਼ਰੂਰਤ ਕਿਉਂ ਹੈ। ਇਹ ਫੈਸਲਾ ਕਿਸ ਨੇ ਲਿਆ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਬਿਜਲੀ ਸਪਲਾਈ ਬੰਦ ਕਰ ਦੇਵੇ ਤਾਂ ਅਮਰੀਕਾ ਦੇ ਮਾਸੂਮ ਲੋਕਾਂ ਉੱਤੇ ਕਿੰਨਾ ਮਾੜਾ ਅਸਰ ਪੈ ਸਕਦਾ ਹੈ। ਟਰੰਪ ਨੇ ਬਿਜਲੀ ਕਿੱਲਤ ਪੈਦਾ ਹੋਣ ਦੀ ਸੂਰਤ ਵਿੱਚ ਕੌਮੀ ਐਮਰਜੈਂਸੀ ਐਲਾਨ ਦਾ ਜ਼ਿਕਰ ਵੀ ਕੀਤਾ ਅਤੇ ਅੱਗੇ ਲਿਖਿਆ ਕਿ ਜੇ ਗੁਆਂਢੀ ਮੁਲਕ ਨੇ ਲੰਬੇ ਸਮੇਂ ਤੋਂ ਵਸੂਲੀਆਂ ਜਾ ਰਹੀਆਂ ਗੈਰ ਜ਼ਰੂਰੀ ਟੈਰਿਫਸ ਨਾ ਹਟਾਈਆਂ ਤਾਂ 2 ਅਪ੍ਰੈਲ ਤੋਂ ਕਾਰਾਂ ਨੂੰ ਉੱਤੇ ਇੰਨਾ ਟੈਕਸ ਲਾ ਦੇਣਗੇ ਕਿ ਕੈਨੇਡਾ ਵਿੱਚ ਕਾਰਾਂ ਤਿਆਰ ਕਰਨ ਵਾਲੇ ਪਲਾਂਟ ਹੀ ਬੰਦ ਹੋ ਜਾਣਗੇ। BC ਵਿੱਚ 3 ਪੰਜਾਬੀ ਨੌਜਵਾਨਾਂ ਦੀ ਜਾਨ ਕਾਰ ਰੇਸਿੰਗ ਕਾਰਨ ਗਈ ਅਤੇ ਮੌਕੇ ਤੋਂ ਕਥਿਤ ਤੌਰ ਤੇ ਫਰਾਰ ਹੋਏ ਗੁਰਸ਼ਾਨ ਸੰਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰਦਿਆਂ ਉਸ ਦੀ ਟੈਸਲਾ ਕਾਰ ਜ਼ਬਤ ਕਰਨ ਦੀ ਅਪੀਲ ਦਾਇਰ ਕੀਤੀ। BC ਦੀ ਸੁਪਰੀਮ ਕੋਰਟ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਟੈਸਲਾ ਗੱਡੀ ਚਲਾ ਰਿਹਾ ਡਰਾਈਵਰ ਕਥਿਤ ਤੌਰ ਤੇ ਨਿਸਾਨ ਅਲਟੀਮਾ ਵਿੱਚ ਸਵਾਰ ਨੌਜਵਾਨਾਂ ਨਾਲ ਰੇਸ ਲਾ ਰਿਹਾ ਸੀ। ਇਸੇ ਦੌਰਾਨ ਨਿਸਾਨ ਅਲਟੀਮਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਕਮਰਸ਼ੀਅਲ ਟਰੱਕ ਵਿੱਚ ਜਾ ਵੱਜੀ ਅਤੇ 3 ਜਣੇ ਦਮ ਤੋੜ ਗਏ ਜਦਕਿ ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। CTV ਦੀ ਰਿਪੋਰਟ ਮੁਤਾਬਕ ਗੁਰਸ਼ਾਨ ਸਿੰਘ ਸੰਧੂ ਹੀ ਕਥਿਤ ਤੌਰ ਤੇ ਟੈਸਲਾ ਚਲਾ ਰਿਹਾ ਸੀ। ਸਰੀ ਪੁਲਿਸ ਨੇ ਦੱਸਿਆ ਕਿ ਗੁਰਸ਼ਾਨ ਸਿੰਘ ਸੰਧੂ ਵਿਰੁੱਧ ਕਿਸੇ ਕਿਸਮ ਦਾ ਦੋਸ਼ ਲਾਉਣ ਦੀ ਪ੍ਰਵਾਨਗੀ ਨਹੀਂ ਮੰਗੀ ਗਈ ਅਤੇ ਸਿਵਲ ਮੁਕੱਦਮੇ ਵਿੱਚ ਕੀਤੇ ਦਾਅਵੇ ਅਦਾਲਤ ਵਿੱਚ ਸਾਬਤ ਕੀਤੇ ਜਾਣੇ ਬਾਕੀ ਹਨ। ਪੁਲਿਸ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਪਟੂਲੋ ਬ੍ਰਿਜ ਤੇ ਵਾਪਰੇ ਹਾਦਸੇ ਦੀ ਪੜਤਾਲ ਬੇहद ਗੁੰਝਲਦਾਰ ਅਤੇ ਗੰਭੀਰ ਸਿੱਟੇ ਸਾਹਮਣੇ ਲਿਆਉਣ ਵਾਲੀ ਹੈ। BC ਦੇ ਸਿਵਲ ਫੋਰਫੀਚਰ ਡਾਇਰੈਕਟਰ ਵੱਲੋਂ ਗੁਰਸ਼ਾਨ ਸਿੰਘ ਸੰਧੂ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਗੱਡੀ ਦਾ ਕਬਜ਼ਾ ਮੰਗਿਆ ਗਿਆ ਕਿਉਂਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਅਪਰਾਧਕ ਸਰਗਰਮੀ ਦੌਰਾਨ ਕੀਤੀ ਗਈ। ਸੁਪਰੀਮ ਕੋਰਟ ਵਿੱਚ ਦਾਇਰ ਦਾਅਵੇ ਮੁਤਾਬਕ ਗੱਡੀ ਦੀ ਵਰਤੋਂ ਗੁਰਸ਼ਾਨ ਸਿੰਘ ਸੰਧੂ ਅਤੇ ਇਸ ਵਿੱਚ ਸਵਾਰ ਹੋਰਨਾਂ ਵੱਲੋਂ ਗੈਰ ਕਾਨੂੰਨੀ ਸਰਗਰਮੀਆਂ ਵਾਸਤੇ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਵੱਡਾ ਨੁਕਸਾਨ ਹੋ ਸਕਦਾ ਸੀ। ਸਿਵਲ ਫੋਰਫੀਚਰ ਡਾਇਰੈਕਟਰ ਵੱਲੋਂ ਮੋਟਰ ਵਹੀਕਲਸ ਐਕਟ ਦੀਆਂ ਧਾਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਹਾਦਸੇ ਮਗਰੋਂ ਮੌਕੇ ਤੇ ਮੌਜੂਦ ਨਾ ਰਹਿਣਾ, ਹੱਦ ਤੋਂ ਜ਼ਿਆਦਾ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਵਰਗੀਆਂ ਹਰਕਤਾਂ ਅਪਰਾਧਕ ਘੇਰੇ ਵਿੱਚ ਆਉਂਦੀਆਂ ਹਨ। ਅਦਾਲਤ ਵਿੱਚ ਦਾਇਰ ਦਾਅਵੇ ਮੁਤਾਬਕ ਜੇ ਸੰਬੰਧਿਤ ਗੱਡੀ ਡਿਫੈਂਡੈਂਟਸ ਨੂੰ ਦੇ ਦਿੱਤੀ ਗਈ ਤਾਂ ਇਸ ਦੀ ਵਰਤੋਂ ਮੁੜ ਗੈਰ ਕਾਨੂੰਨੀ ਸਰਗਰਮੀ ਵਾਸਤੇ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਜਾਨਲੇਵਾ ਹਾਦਸੇ ਦੀ ਪੜਤਾਲ ਲਗਾਤਾਰ ਜਾਰੀ ਹੈ ਅਤੇ ਵਾਜਬ ਸਮਾਂ ਆਉਣ ਤੇ ਵਿਸਤਾਰ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਜ਼ਿਕਰ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਨਿਊ ਵੈਸਟਮਿੰਸਟਰ ਅਤੇ ਸਰੀ ਦਰਮਿਆਨ ਪਟੂਲੋ ਬ੍ਰਿਜ ਤੇ 2 ਕਾਰਾਂ ਤੇ ਇੱਕ ਸੈਮੀ ਟਰੱਕ ਵਿਚਾਲੇ ਟੱਕਰ ਮਗਰੋਂ ਪੁਲ ਨੂੰ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਉਮਰ 18 ਸਾਲ ਤੋਂ 20 ਸਾਲ ਦਰਮਿਆਨ ਹੋਣ ਦਾ ਜ਼ਿਕਰ ਕਰਦਿਆਂ ਸਾਰੇ ਜਣੇ ਸਾਊਥ ਏਸ਼ੀਅਨ ਮੁੱਲ ਦੇ ਦੱਸੇ ਗਏ। ਅਮਰੀਕਾ ਤੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੈਨੈਂਸੀ ਵਿੱਚ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਕ ਨੂੰ ਗੋਲੀ ਮਾਰ ਦਿੱਤੀ। ਟੈਨੈਂਸੀ ਦੇ ਮੈਂਫਿਸ ਵਿੱਚ ਇੱਕ ਆਦਮੀ ਆਪਣੀ ਪ੍ਰੇਮਿਕਾ ਨਾਲ ਸੋ ਰਿਹਾ ਸੀ ਜਦੋਂ ਉਸਦੇ ਪਾਲਤੂ ਕੁੱਤੇ ਨੇ ਉਸਦੇ ਬਿਸਤਰੇ ਤੇ ਛਾਲ ਮਾਰੀ ਅਤੇ ਅਚਾਨਕ ਲੋਡਡ ਬੰਦੂਕ ਵਿੱਚੋਂ ਗੋਲੀ ਚੱਲ ਗਈ। ਗੋਲੀ ਉਸ ਆਦਮੀ ਦੇ ਖੱਬੇ ਪੱਟ ਵਿੱਚ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਪੁਲਿਸ ਨੇ ਘਟਨਾ ਦੀ ਰਿਪੋਰਟ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਇੱਕ ਦੁਰਘਟਨਾ ਵਾਲੀ ਸੱਟ ਵਜੋਂ ਦਰਜ ਕੀਤਾ ਗਿਆ। ਪੁਲਿਸ ਨੇ ਘਟਨਾ ਰਿਪੋਰਟ ਵਿੱਚ ਕਿਹਾ ਕਿ 1 ਸਾਲ ਦੇ ਪਿਟਬੁਲ ਕੁੱਤੇ ਦਾ ਪੰਜਾ ਟ੍ਰਿਗਰ ਗਾਰਡ ਵਿੱਚ ਫਸ ਗਿਆ ਅਤੇ ਟ੍ਰਿਗਰ ਨਾਲ ਟਕਰਾ ਗਿਆ। ਹਾਲਾਂਕਿ ਰਿਪੋਰਟ ਵਿੱਚ ਗੋਲੀ ਚਲਾਉਣ ਲਈ ਵਰਤੇ ਗਏ ਹਥਿਆਰ ਦੀ ਕਿਸਮ ਦਾ ਜ਼ਿਕਰ ਨਹੀਂ ਹੈ। ਸਥਾਨਕ ਨਿਊਜ਼ ਸਟੇਸ਼ਨ ਦੇ ਅਕੋਰਡਿੰਗ ਜਦੋਂ ਗੋਲੀਬਾਰੀ ਹੋਈ ਤਾਂ ਉਸ ਆਦਮੀ ਦੀ ਪ੍ਰੇਮਿਕਾ ਸੋ ਰਹੀ ਸੀ, ਉਸ ਵਿੱਚ ਉਸ ਦਾ ਨਾਮ ਨਹੀਂ ਸੀ। ਪੀੜੀ ਦੇ ਹਵਾਲੇ ਨਾਲ ਕਿਹਾ ਗਿਆ ਕਿ 1 ਸਾਲ ਦੇ ਪਿਟਬੁਲ ਦਾ ਨਾਮ ਓਰੀਓ ਹੈ। ਉਸਨੇ ਆਪਣੇ ਪਾਲਤੂ ਜਾਨਵਰ ਬਹੁਤ ਸ਼ਰਾਰਤੀ ਦੱਸਿਆ ਜੋ ਸਾਰਾ ਦਿਨ ਇੱਧਰ ਉੱਧਰ ਛਾਲ ਮਾਰਦਾ ਰਹਿੰਦਾ ਹੈ ਅਤੇ ਅਜਿਹੀਆਂ ਚੀਜ਼ਾਂ ਨੂੰ ਪਸੰਦ ਕਰਦਾ ਹੈ। ਘਟਨਾ ਦੌਰਾਨ ਉਹ ਵੀ ਇਹੀ ਕਰ ਰਿਹਾ ਸੀ ਜਦੋਂ ਉਸ ਦਾ ਪੰਜਾ ਟ੍ਰਿਗਰ ਵਿੱਚ ਫਸ ਗਿਆ ਅਤੇ ਗੋਲੀ ਚੱਲ ਗਈ। ਅਮਰੀਕਾ ਵਿੱਚ ਬੰਦੂਕ ਹਿੰਸਾ ਦੇ ਬਹੁਤ ਸਾਰੇ ਮਾਮਲੇ ਹਨ ਪਰ ਇਹ ਬਹੁਤ ਘੱਟ ਹੁੰਦਾ ਹੈ ਕਿ ਜਾਨਵਰਾਂ ਵੱਲੋਂ ਮਨੁੱਖਾਂ ਨੂੰ ਗੋਲੀ ਮਾਰਨ ਦੀਆਂ ਘਟਨਾਵਾਂ ਦਰਜ ਕੀਤੀਆਂ ਜਾਣ। 2 ਸਾਲ ਪਹਿਲਾਂ ਕੈਂਸਸ ਵਿੱਚ ਇੱਕ ਜਰਮਨ ਕੁੱਤੇ ਨੇ ਸ਼ਿਕਾਰੀ ਰਾਈਫਲ ਤੇ ਪੈਰ ਰੱਖ ਦਿੱਤਾ ਸੀ ਜਿਸ ਮਗਰੋਂ ਗੋਲੀ ਚੱਲਣ ਕਾਰਨ 30 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੀ ਇੱਕ ਘਟਨਾ 2018 ਵਿੱਚ ਵਾਪਰੀ ਸੀ ਜਦੋਂ ਇੱਕ 51 ਸਾਲ ਦੇ ਵਿਅਕਤੀ ਨੂੰ ਉਸਦੇ ਪਿਟਬੁਲ ਲੈਬਰਾਡੋਰ ਮਿਸ਼ਰਨ ਨੇ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਧਰਤੀ ਤੇ ਵਾਪਸੀ ਇੱਕ ਵਾਰ ਫਿਰ ਟਲ ਗਈ।
9 ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਵਾਪਸੀ ਦੀ ਵੱਡੀ ਉਮੀਦ ਸੀ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਸੁਨੀਤਾ ਦੀ ਵਾਪਸੀ ਯਕੀਨੀ ਬਣਾਉਣ ਲਈ ਕਰੂ 10 ਨਾਂ ਦਾ ਪੁਲਾੜ ਜਹਾਜ਼ ਲਾਂਚ ਕਰਨ ਵਾਲੀ ਸੀ, ਪਰ ਤਕਨੀਕੀ ਖਰਾਬੀ ਕਾਰਨ ਕਰੂ 10 ਦੀ ਲਾਂਚਿੰਗ ਨੂੰ ਮੁਲਤਵੀ ਕਰਨਾ ਪਿਆ। ਨਾਸਾ ਨੇ ਕਿਹਾ ਕਿ ਕਰੂ 10 ਦੇ ਹਾਈਡ੍ਰੋਲਿਕ ਸਿਸਟਮ 'ਚ ਖਰਾਬੀ ਕਾਰਨ ਇਸ ਦੀ ਲਾਂਚਿੰਗ ਨੂੰ ਰੋਕਣਾ ਪਿਆ। ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਦੀ ਵਾਪਸੀ ਲਈ ਕਰੂ 10 ਮਹੱਤਵਪੂਰਨ ਹੈ ਕਿਉਂਕਿ ਇਸ ਦਾ ਉਦੇਸ਼ ਕਰੂ 9 ਨੂੰ ਬਦਲਣਾ ਹੈ। ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਕਰੂ 9 ਤੋਂ ਪੁਲਾੜ ਵਿੱਚ ਚਲੇ ਗਏ ਹਨ। ਨਾਸਾ ਨੇ ਪਹਿਲਾਂ ਕਿਹਾ ਸੀ ਕਿ ਕਰੂ 9 ਪੁਲਾੜ ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਵਾਪਸੀ ਨੂੰ ਦਿਲਚਸਪੀ ਲੈ ਰਹੇ ਹਨ। ਉਹਨਾਂ ਨੇ ਇਸ ਦੇ ਲਈ ਸਪੇਸਐਕਸ ਦੇ ਮਾਲਕ ਐਲੋਨ ਮਸਕ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ। ਟਰੰਪ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਬਾਈਡਨ ਨੇ ਸੁਨੀਤਾ ਤੇ ਬੁਚ ਵਿਲਮੋਰ ਨੂੰ ਪੁਲਾੜ ਵਿੱਚ ਛੱਡ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਐਲੋਨ ਮਸਕ ਨਾਲ ਗੱਲਬਾਤ ਕੀਤੀ ਹੈ ਅਤੇ ਮਸਕ ਨੇ ਇਸ ਲਈ ਹਾਮੀ ਭਰ ਦਿੱਤੀ ਹੈ। ਇਸ ਤੋਂ ਬਾਅਦ ਮਸਕ ਦੀ ਕੰਪਨੀ ਸਪੇਸਐਕਸ ਨੇ ਇਸ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕਰੂ 10 ਨੂੰ ਲਾਂਚ ਕਰਨ ਵਾਲੇ ਹੀ ਸੀ, ਪਰ ਇਸ ਦੀ ਲਾਂਚਿੰਗ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ। ਨਾਸਾ ਮੁਤਾਬਕ ਹੁਣ ਕਰੂ 10 ਦੀ ਅਗਲੀ ਲਾਂਚਿੰਗ ਵੀਰਵਾਰ 17 ਮਾਰਚ ਨੂੰ ਹੋ ਸਕਦੀ ਹੈ। ਹਾਲਾਂਕਿ ਇਹ ਤਾਰੀਖ ਵੀ ਤੈਅ ਨਹੀਂ ਹੈ ਅਤੇ ਮੌਸਮ ਸਮੇਤ ਹੋਰ ਕਾਰਕਾਂ ਤੇ ਧਿਆਨ ਦੇਣਾ ਜ਼ਰੂਰੀ ਹੋਵੇਗਾ। ਕਰੂ 10 ਸਪੇਸਐਕਸ ਦੇ ਮਨੁੱਖੀ ਪੁਲਾੜ ਆਵਾਜਾਈ ਪ੍ਰਣਾਲੀ ਦਾ 10ਵਾਂ ਚਾਲਕ ਦਲ ਰੋਟੇਸ਼ਨ ਮਿਸ਼ਨ ਹੈ। ਦੱਸਣਯੋਗ ਹੈ ਕਿ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸਨ। ਉਸਨੇ ਇੱਕ ਹਫ਼ਤੇ ਬਾਅਦ ਵਾਪਸੀ ਆਉਣਾ ਸੀ, ਪਰ ਬੋਇੰਗ ਸਟਾਰਲਾਈਨਰ ਵਿੱਚ ਖਰਾਬੀ ਕਾਰਨ ਉਹ ਉੱਥੇ ਹੀ ਫਸ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵੱਖ-ਵੱਖ ਦੇਸ਼ਾਂ ਵਿੱਚ ਬੰਦ ਅਮਰੀਕੀ ਕੈਦੀਆਂ ਦੀ ਵਾਪਸੀ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਸਾਰੇ ਕੈਦੀਆਂ ਨੂੰ ਵਾਪਸ ਅਮਰੀਕਾ ਲਿਆਂਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੁਵੈਤ ਨੇ ਵੀ ਅਮਰੀਕੀ ਕੈਦੀਆਂ ਦੇ ਇੱਕ ਸਮੂਹ ਨੂੰ ਰਿਹਾ ਕਰ ਦਿੱਤਾ ਹੈ। ਕੁਵੈਤ ਦੁਆਰਾ ਰਿਹਾ ਕੀਤੇ ਗਏ ਕੈਦੀਆਂ ਵਿੱਚ ਸਾਬਕਾ ਸੈਨਿਕ ਅਤੇ ਫੌਜੀ ਠੇਕੇਦਾਰ ਸ਼ਾਮਲ ਹਨ ਜੋ ਨਸ਼ਿਆਂ ਨਾਲ ਸੰਬੰਧੀ ਦੋਸ਼ਾਂ ਵਿੱਚ ਸਾਲਾਂ ਤੋਂ ਜੇਲ੍ਹ ਵਿੱਚ ਹਨ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਕੁਵੈਤ ਦੇ ਇਸ ਕਦਮ ਨੂੰ ਦੋਵਾਂ ਸਹਿਯੋਗੀ ਦੇਸ਼ਾਂ ਵਿਚਾਲੇ ਸਦਭਾਵਨਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਚੋਟੀ ਦੇ ਬੰਦਕ ਬਣਾਉਣ ਵਾਲੇ ਰਾਜਦੂਤ ਐਡਮ ਬੋਹਲਰ ਦੁਆਰਾ ਖੇਤਰ ਦੇ ਹਾਲੀ ਦੇ ਦੌਰੇ ਤੋਂ ਬਾਅਦ ਕੈਦੀਆਂ ਨੂੰ ਰਿਹਾ ਕੀਤਾ ਗਿਆ ਸੀ। ਅਮਰੀਕੀ ਸਰਕਾਰ ਵਿਦੇਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਧਰੀ ਜੋਨਾਥਨ ਫਰੈਂਕਸ ਰਿਹਾ ਕੀਤੇ ਗਏ 6 ਕੈਦੀਆਂ ਦੇ ਨਾਲ ਕੁਵੈਤ ਤੋਂ ਨਿਊਯਾਰਕ ਲਈ ਫਲਾਈਟ ਤੇ ਸੀ। ਉਧਰ ਫਰੈਂਕਸ ਇੱਕ ਨਿੱਜੀ ਸਲਾਹਕਾਰ ਹੈ ਜੋ ਅਮਰੀਕੀ ਬੰਦਕਾਂ ਅਤੇ ਨਜ਼ਰਬੰਦਾਂ ਨੂੰ ਸ਼ਾਮਿਲ ਕਰਨ ਵਾਲੇ ਮਾਮਲਿਆਂ ਨੂੰ ਸੰਭਾਲਦਾ ਹੈ। ਬੀਤੇ ਦਿਨ 26 ਸਾਲ ਦੇ ਡਿਟੈਕਟਿਵ ਜੋਸਫ ਅਜ਼ਕੋਨਾ ਇੱਕ ਪੁਲਿਸ ਅਫਸਰ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਬਾਰੇ ਸੂਚਨਾ ਮਿਲੀ ਹੈ, ਜਦਕਿ ਉਸ ਦੀ ਗੋਲੀ ਦੇ ਨਾਲ ਦੂਜਾ ਅਧਿਕਾਰੀ ਵੀ ਜ਼ਖਮੀ ਹੋ ਗਿਆ। ਇਹ ਘਟਨਾ ਐਸੈਕਸ ਕਾਉਂਟੀ ਨਿਊ ਜਰਸੀ ਵਿਖੇ ਵਾਪਰੀ, ਜਿਸ ਦੇ ਵਕੀਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ 5 ਸਾਲ ਦੇ ਤਜਰਬੇਕਾਰ ਜੋਸਫ ਐਸਕੋਨਾ ਨੂੰ ਆਪਣੀ ਪੁਲਿਸ ਕਾਰ ਛੱਡਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਦੋਸ਼ੀ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ 14 ਸਾਲ ਦਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ। ਨਾਮਵਰ ਅਮਰੀਕੀ ਫਿਲਮ ਡਾਇਰੈਕਟਰ ਵਾਸ਼ਿੰਗਟਨ ਗੈਰਲਡ ਕਰੇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤਾਤ ਅਮਰੀਕਨਸ ਨੂੰ ਅਤੇ ਹੋਰਾਂ ਨੂੰ ਵੀ ਨਹੀਂ ਪਤਾ ਹੈ ਅਤੇ ਇਸ ਸੰਬੰਧੀ ਜਾਣਕਾਰੀ ਵਧਾਉਣ ਲਈ ਅੰਗਰੇਜ਼ੀ 'ਚ ਇੱਕ ਫਿਲਮ ਬਣਾਉਣ ਦੇ ਲਈ ਅਮਰੀਕਾ ਦੀ ਫਿਲਮ ਕੰਪਨੀ ਨਾਲ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਅਮਰੀਕਾ 'ਚ ਵਸੇ ਨੈਸ਼ਨਲ ਸਿੱਖ ਕੈਂਪਨ ਦੇ ਮੁਖੀ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ, ਅਮਰੀਕਾ ਦੇ ਪ੍ਰਮੁੱਖ ਟੀਵੀ ਚੈਨਲ ਤੇ ਦੇਸ਼ ਭਰ 'ਚ ਇਸ ਫਿਲਮ ਨੂੰ ਵਿਖਾਇਆ ਜਾਵੇਗਾ। ਇਸ ਫਿਲਮ ਕੰਪਨੀ ਨਾਲ ਪਹਿਲੇ ਗੁਰੂ ਨਾਨਕ ਸਾਹਿਬ ਦੇ ਵੀ 2019 ਵਿੱਚ ਇੱਕ ਫਿਲਮ ਬਣਾਈ ਗਈ ਸੀ ਜਿਸ ਨੂੰ ਬਹੁਤ ਅਵਾਰਡ ਵੀ ਮਿਲੇ ਅਤੇ ਜੋ ਕਿ ਹਰ ਸਾਲ ਅਮਰੀਕਾ ਵਿੱਚ ਦਿਖਾਈ ਜਾਂਦੀ ਹੈ। ਲੰਘੇ ਦਸੰਬਰ ਦੇ ਮਹੀਨੇ ਤਕਰੀਬਨ 8 ਕਰੋੜ ਘਰਾਂ ਤੱਕ ਪਹੁੰਚੀ ਸੀ ਫਿਲਮ। ਇਸ ਫਿਲਮ ਨੂੰ ਅਮਰੀਕਾ ਦੀ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਦੇ ਸਹਿਯੋਗ ਦੇ ਨਾਲ ਸਿਰੇ ਚਾੜਿਆ ਗਿਆ ਸੀ। ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੈਂਕੜੇ ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਜਾਫਰ ਐਕਸਪ੍ਰੈਸ ਦੇ ਵਿਦਰੋਹੀਆਂ ਦਾ ਹਮਲਾ ਖਤਮ ਹੋ ਗਿਆ। ਫੌਜੀ ਬੁਲਾਰੇ ਲੈਫਟ ਜਨਰਲ ਅਹਿਮਦ ਸ਼ਰੀਦ ਨੇ ਕਿਹਾ ਕਿ ਦਿਨ ਭਰ ਚਲੇ ਮੁਕਾਬਲੇ ਤੋਂ ਬਾਅਦ ਸਾਰੇ 33 ਅੱਤਵਾਦੀ ਮਾਰੇ ਗਏ ਹਨ। ਬੰਦਕ ਬਣਾਏ ਗਏ 21 ਲੋਕ ਵੀ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਤੋਂ ਇਲਾਵਾ 4 ਫੌਜੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਸੀ ਕਿ 300 ਤੋਂ ਵੱਧ ਬੰਦਕਾਂ ਨੂੰ ਬਚਾਇਆ ਗਿਆ। ਉਹਨਾਂ ਨੇ ਮਾਰੇ ਗਏ ਬੰਦਕਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਵੱਖਵਾਦੀਆਂ ਨੇ ਮੰਗਲਵਾਰ ਨੂੰ ਦੱਖਣ ਪੱਛਮੀ ਬਲੋਚਿਸਤਾਨ ਸੂਬੇ ਦੇ ਇੱਕ ਦੂਰ ਦਰਾਡੇ ਹਿੱਸੇ ਵਿੱਚ ਇੱਕ ਸੁਰੰਗ ਵਿੱਚ ਲਗਭਗ 450 ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਤੇ ਹਮਲਾ ਕੀਤਾ ਸੀ। ਵੱਖਵਾਦੀ ਬਲੋਚ ਲਿਬਰੇਸ਼ਨਸ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ। ਬੁਲਾਰੇ ਜੀਅਦ ਬਲੋਚ ਨੇ ਕਿਹਾ ਸੀ ਕਿ ਜੇ ਅਧਿਕਾਰੀ ਜੇਲ੍ਹ 'ਚ ਬੰਦ ਅੱਤਵਾਦੀਆਂ ਨੂੰ ਰਿਹਾ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਸਮੂਹ ਮੁਸਾਫਰਾਂ ਨੂੰ ਰਿਹਾ ਕਰਨ ਲਈ ਤਿਆਰ ਹੈ।
ਸਰਕਾਰ ਵੱਲੋਂ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ, ਜਿਸ ਨੇ ਪਹਿਲਾਂ ਵੀ ਅਜਿਹੀਆਂ ਮੰਗਾਂ ਨੂੰ ਰੱਦ ਕਰ ਦਿੱਤਾ। ਇਸ ਦੌਰਾਨ ਚੀਨ ਨੇ ਰੇਲ ਗੱਡੀ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਇਸਲਾਮਾਬਾਦ ਨਾਲ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ ਜ਼ਾਹਰ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਕਾਰਨ ਵਿਸ਼ਵ ਵਪਾਰ ਯੁੱਧ ਦੇ ਵਧਣ ਦਾ ਖਤਰਾ ਵੱਧ ਗਿਆ ਹੈ। ਇਸ ਸੰਦਰਭ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਮੰਦੀ ਆ ਸਕਦੀ ਹੈ। ਡੋਨਾਲਡ ਟਰੰਪ ਦੇ ਟੈਰਿਫ ਫੈਸਲੇ ਕਾਰਨ ਅਮਰੀਕਾ ਵਿੱਚ ਮੰਦੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਟੈਰਿਫ ਤੇ ਵਾਈਟ ਹਾਊਸ ਦੇ ਲਗਾਤਾਰ ਬਦਲਾਅ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਨੇ ਸੰਭਾਵਿਤ ਤੌਰ ਤੇ ਵਪਾਰਕ ਨਿਵੇਸ਼ ਵਿੱਚ ਦੇਰੀ ਕੀਤੀ ਹੈ ਅਤੇ ਖਪਤਕਾਰਾਂ ਨੂੰ ਖਰਚ ਘਟਾਉਣ ਲਈ ਪ੍ਰੇਰਿਤ ਕੀਤਾ ਹੈ। ਉਧਰ ਹੀ ਅਰਬਪਤੀ ਟਰੰਪ ਦੇ ਸਲਾਹਕਾਰ ਐਲੋਨ ਮਸਕ ਵੱਲੋਂ ਸਰਕਾਰੀ ਖਰਚ ਨੂੰ ਘਟਾਉਣ ਅਤੇ ਫਜ਼ੂਲ ਖਰਚੀ ਨੂੰ ਘਟਾਉਣ ਦਾ ਮੁਹਿੰਮ ਵੀ ਲੋੜ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ। ਉਹਨਾਂ ਨੇ 1990 ਦੇ ਦਹਾਕੇ ਵਿੱਚ ਤਤਕਾਲੀਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਅਗਵਾਈ ਵਿੱਚ ਸਰਕਾਰ ਵਿੱਚ ਬਦਲਾਅ ਦੇ ਯਤਨਾਂ ਵੱਲ ਇਸ਼ਾਰਾ ਕੀਤਾ। ਜਦੋਂ ਵੀ ਮੰਦੀ ਦੀ ਗੱਲ ਹੁੰਦੀ ਹੈ, ਲੋਕਾਂ ਨੂੰ ਮਹਾਮੰਦੀ ਯਾਦ ਆਉਂਦੀ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਆਈ ਇਸ ਮੰਦੀ ਨੇ ਦੁਨੀਆ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਉਦੇਸ਼ ਆਪਣੇ ਆਪ ਵਿੱਚ ਮਹੱਤਵਪੂਰਨ ਹਨ, ਪਰ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਅਵਿਵਸਥਿਤ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਜਿਸ ਨਾਲ ਫਰਮ ਅਤੇ ਖਪਤਕਾਰ ਆਪਣੇ ਖਰਚ ਨੂੰ ਘਟਾਉਣ ਲੱਗਦੇ ਹਨ ਤਾਂ ਮੰਗ ਘਟ ਜਾਂਦੀ ਹੈ, ਤਾਂ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਨੂੰ ਸਭ ਨੂੰ, ਜਿਸ ਨੂੰ ਕਾਫੀ ਹੱਦ ਤੱਕ ਟਾਲਿਆ ਜਾ ਸਕਦਾ ਹੈ। ਟਰੰਪ ਦੇ ਸੱਤਾ ਵਿੱਚ ਆਉਣ ਤੇ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਆਧਾਰ ਤੇ ਦੱਸਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਦੇ ਸਮੇਂ ਵਿੱਚ ਅਰਥਵਿਵਸਥਾ ਕਾਫੀ ਮਜ਼ਬੂਤ ਸੀ। ਮੰਗਲਵਾਰ 11 ਮਾਰਚ 2025 ਨੂੰ ਬਲੋਚ ਲਿਬਰੇਸ਼ਨਸ ਆਰਮੀ ਯਾਨੀ BLA ਦੇ ਲੜਾਕਿਆਂ ਨੇ ਜਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰ ਲਿਆ। ਟ੍ਰੇਨ ਵਿੱਚ 400 ਤੋਂ ਵੱਧ ਯਾਤਰੀ ਸਵਾਰ ਸਨ। ਬੁਲਾਨ ਜ਼ਿਲ੍ਹੇ ਵਿੱਚ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਗਿਆ। BLA ਨੇ ਧਮਕੀ ਦਿੱਤੀ ਸੀ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰੇਗੀ ਤਾਂ ਸਾਰੇ ਬੰਦਕ ਮਾਰੇ ਜਾਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸਲਾਹਕਾਰ ਰਾਣਾ ਨੇ ਭਾਰਤ ਤੇ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਭਾਰਤ BLA ਨੂੰ ਸਮਰਥਨ ਅਤੇ ਆਰਥਿਕ ਮਦਦ ਦੇ ਰਿਹਾ ਹੈ। BLA ਨੂੰ ਅਫਗਾਨਿਸਤਾਨ ਵਿੱਚ ਪਨਾਹ ਮਿਲ ਰਹੀ ਹੈ ਅਤੇ ਉੱਥੇ ਉਹ ਪਾਕਿਸਤਾਨ ਵਿਰੁੱਧ ਯੋਜਨਾਵਾਂ ਬਣਾ ਰਿਹਾ ਹੈ। ਉਧਰ ਹੀ BLA ਦੀਆਂ ਕੁਝ ਖਾਸ ਮੰਗਾਂ ਨੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੀ ਮੌਜੂਦਗੀ ਖਤਮ ਕਰਨਾ, CPEC ਪ੍ਰੋਜੈਕਟ ਯਾਨੀ ਕਿ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ ਨੂੰ ਬੰਦ ਕਰਨਾ, ਪਾਕਿਸਤਾਨ ਜੇਲ੍ਹਾਂ ਵਿੱਚ ਬੰਦ ਬਲੋਚ ਨੇਤਾਵਾਂ ਦੀ ਰਿਹਾਈ ਕਰਨਾ, ਇਹ ਕੁਝ ਖਾਸ ਮੰਗਾਂ ਨੇ। ਇਸ ਤੋਂ ਇਲਾਵਾ 24 ਘੰਟਿਆਂ ਵਿੱਚ ਸਿਰਫ 155 ਬੰਦਕ ਹੀ ਰਿਹਾ ਹੋ ਸਕੇ ਅਤੇ ਪਾਕਿਸਤਾਨੀ ਫੌਜ ਅਤੇ BLA ਲੜਾਕਿਆਂ ਵਿਚਕਾਰ ਮੁਕਾਬਲਾ ਜਾਰੀ ਰਿਹਾ। ਹਾਲਾਤ ਕਾਫੀ ਤਣਾਅਪੂਰਨ ਬਣੇ ਰਹੇ। ਬਾਕੀ ਬੰਦਕਾਂ ਦੀ ਰਿਹਾਈ ਲਈ ਉਪਰਾਲੇ ਕੀਤੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨਾਲ ਫੌਜੀ ਸਹਾਇਤਾ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਲੱਗੀ ਪਾਬੰਦੀ ਤੁਰੰਤ ਹਟਾ ਦੇਵੇਗਾ। ਇਹ ਫੈਸਲਾ ਸਾਊਦੀ ਅਰਬ ਦੇ ਜੇਦਾਹ ਵਿੱਚ ਅਮਰੀਕਾ ਅਤੇ ਯੂਕਰੇਨੀ ਅਧਿਕਾਰੀਆਂ ਵਿਚਕਾਰ 9 ਘੰਟਿਆਂ ਤੋਂ ਵੱਧ ਚੱਲੀ ਗੱਲਬਾਤ ਤੋਂ ਬਾਅਦ ਆਇਆ, ਜਿਸ ਵਿੱਚ ਯੂਕਰੇਨ 30 ਦਿਨਾਂ ਦੀ ਜੰਗਬੰਦੀ ਅਤੇ ਰੂਸ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਸਹਿਮਤ ਹੋਇਆ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਦਫ਼ਤਰ ਦੇ ਮੁਖੀ ਨੇ ਕਿਹਾ ਹੈ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ। ਅਸੀਂ ਇਸ ਪ੍ਰਸਤਾਵ ਦਾ ਸਵਾਗਤ ਕਰਦੇ ਹਾਂ ਅਤੇ ਇਸ ਨੂੰ ਸਕਾਰਾਤਮਕ ਮੰਨਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗਬੰਦੀ ਤਾਂ ਹੀ ਪ੍ਰਭਾਵੀ ਹੋਵੇਗੀ ਜੇਕਰ ਰੂਸ ਵੀ ਆਪਣੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਉਹ ਇਹ ਪ੍ਰਸਤਾਵ ਰੂਸ ਨੂੰ ਪੇਸ਼ ਕਰਨਗੇ ਅਤੇ ਗੇਂਦ ਹੁਣ ਰੂਸ ਦੇ ਪਾਲੇ ਵਿੱਚ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਯੂਕਰੇਨ ਦੇ ਮਹੱਤਵਪੂਰਨ ਖਣਿਜ ਸਰੋਤਾਂ ਦੇ ਵਿਕਾਸ ਲਈ ਇੱਕ ਵਿਆਪਕ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਸਹਿਮਤ ਹੋਏ ਹਨ, ਜਿਸ ਨੂੰ ਟਰੰਪ ਪ੍ਰਸ਼ਾਸਨ ਯੂਕਰੇਨ ਦੀ ਲੰਬੇ ਸਮੇਂ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਮਹੱਤਵਪੂਰਨ ਸਮਝਦਾ ਹੈ। ਇਹ ਘਟਨਾਕ੍ਰਮ ਅਮਰੀਕਾ ਵੱਲੋਂ ਯੂਕਰੇਨ ਤੇ ਰੂਸ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣ ਲਈ ਯੂਕਰੇਨ ਨਾਲ ਫੌਜੀ ਸਹਾਇਤਾ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਨੂੰ ਮੁਅੱਤਲ ਕਰਨ ਤੋਂ ਲਗਭਗ 1 ਹਫ਼ਤੇ ਬਾਅਦ ਆਇਆ ਹੈ। ਹੁਣ ਯੂਕਰੇਨ ਦੀ ਸਹਿਮਤੀ ਤੋਂ ਬਾਅਦ ਅਮਰੀਕਾ ਨੇ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਫਿਲਹਾਲ ਦੇ ਲਈ ਮੈਨੂੰ ਦੁਆ ਕਿਹਾ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।